तू सर्व कला का ज्ञाता माधो। हम ऐसे तू ऐसा, हम पापी तुम पाप खंडन। निको ठाकुर देसा। एक पिता एक कस के हम बारिक। तू मेरा गुर हाई। सुन मीता जियो हमारा बल बल जासी। हर दर्शन देहो दिखाई। बेशुमार अथाह अगनत अतुल। ज्यों बुलावो त्यों नानक दास बोले। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਸੱਚੇ ਪਾਤਸ਼ਾਹ ਹਜ਼ੂਰ ਜੀ ਦੇ ਪਾਵਨ ਦੀਵਾਨਾਂ ਦੀ ਆਪ ਹਾਜ਼ਰੀ ਭਰ ਰਹੇ ਹੋ। ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਦਾ ਆਪ ਜੀ ਨੇ 613-14 ਅੰਗ ਤੇ ਸੁਸ਼ੋਭਿਤ ਅੱਜ ਦਾ ਮੁਖਵਾਕ ਸਰਵਣ ਕੀਤਾ। ਆਓ ਇਹਦੀ ਵਿਚਾਰਾਂ ਵੱਲ ਤੁਰੀਏ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਈਕੋ ਵਧਾਇਓ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਸੋਰਠ ਰਾਗ ਦੇ ਵਿੱਚ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਰਬ੍ਰਹਮ ਪਰਮੇਸ਼ਵਰ ਦੀ ਬੇਅੰਤਤਾ, ਅਸੀਮਤਾ ਜਾਂ ਉਸ ਵਾਹਿਗੁਰੂ ਜੀ ਦੀ ਬਣਾਈ ਹੋਈ ਰਚਨਾ ਦਾ ਜ਼ਿਕਰ ਕਰਦੇ ਨੇ। ਔਰ ਰਹਾਉ ਦੀਆਂ ਤੁਕਾਂ ਦੇ ਵਿੱਚ ਲਫ਼ਜ਼ ਵਾਹਿਗੁਰੂ ਲਈ ਵਰਤਿਆ ਮਾਧੋ। ਮਾਧੋ ਦਾ ਮਤਲਬ ਇਸ ਧਰਤੀ ਤੇ ਜੋ ਕੁਛ ਬਣਿਆ ਔਰ ਉਹ ਸਾਰਾ ਕੁਛ ਮਾਇਕੀ ਰੂਪ ਹੈ। ਉਸ ਜੋ ਬਣੇ ਹੋਏ ਦਾ ਵੀ ਜੇ ਖਸਮ ਕੋਈ ਹੈ ਤੇ ਤੂੰ ਵਾਹਿਗੁਰੂ ਆਪ ਹੀ ਹੈ। ਜਿਹਨੂੰ ਅਸੀਂ ਡੰਡੌਤ ਦੇ ਵਿੱਚ ਪੜ੍ਹਿਆ ਕਿ ਸੱਚੇ ਪਾਤਸ਼ਾਹ ਮਾਧੋ ਹਮ ਐਸੇ ਤੂੰ ਐਸਾ। ਐਸਾ ਤੇ ਕੈਸਾ। ਤੁਸੀਂ ਸਿਰਜਣਹਾਰੇ, ਅਸੀਂ ਵਿਨਾਸ਼ ਕਰਨ ਵਾਲੇ। ਤੁਸੀਂ ਜੋੜਨ ਵਾਲੇ, ਅਸੀਂ ਤੋੜਨ ਵਾਲੇ। ਤੁਸੀਂ ਸਵਾਰਨ ਵਾਲੇ, ਅਸੀਂ ਵਿਗਾੜਨ ਵਾਲੇ। ਤੁਸੀਂ ਪਾਕ ਪਵਿੱਤਰ, ਅਸੀਂ ਮਹਾਪਾਪੀ। ਤੁਸੀਂ ਗੁਣਾਂ ਦੀ ਖੁਸ਼ਬੂ ਦੇ ਦਾਤੇ, ਅਸੀਂ ਰੁਕਾਵਟ ਦੀ, ਸਾੜਨ ਦੀ ਬੋ। ਤੁਹਾਡੇ ਅੰਦਰ ਬੇਅਥਾ ਦਾਤਾਂ ਦੀ ਬਖਸ਼ਿਸ਼ ਤੇ ਸਾਡੇ ਅੰਦਰ ਮੰਗ ਕੇ ਭੁੱਲਣ ਦੀ ਭੁੱਖ। ਕਿੰਨੇ ਕੁ ਗੁਣ ਤੁਹਾਡੇ ਗਿਣੀਏ ਤੇ ਕਿੰਨੇ ਅਵਗੁਣ ਅਸੀਂ ਆਪਣੇ ਦਿਖਾਈਏ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਇਹ ਬਚਨ ਇਸ ਧਰਤੀ ਦੇ ਉੱਤੇ ਵਸਣ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਰੱਬ ਦੇ ਦਰ ਤੇ ਆਉਣ ਵਾਲਿਓ, ਆਪਣੇ ਆਪ ਨੂੰ ਅਵਗੁਣਹਾਰਾ ਹੀ ਸਮਝਿਆ ਕਰੋ। ਤੇ ਭੱਟਾਂ ਨੇ ਗੁਰੂ ਰਾਮਦਾਸ ਜੀ ਦੀ ਸ਼ੋਭਾ 'ਚ ਵੀ ਇਹ ਆਖਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਕੋਈ ਗੁਣ ਐਸਾ ਨਹੀਂ ਸਾਡੇ ਵਿੱਚ ਜਿਹੜਾ ਗੁਣ ਅਸੀਂ ਕਹਿ ਕੇ ਤੁਹਾਨੂੰ ਪਸੀਜ ਸਕੀਏ, ਤੁਹਾਡੇ ਮਨ ਨੂੰ ਮੋਹ ਸਕੀਏ। ਔਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ
ਦੂਸਰਾ ਲਫ਼ਜ਼ ਠਾਕੁਰ ਵਰਤਿਆ। ਠਾਕੁਰ ਦਾ ਮਤਲਬ ਹੁੰਦਾ ਹੈ ਜਿਹਦੀ ਮਲਕੀਅਤ ਹੁੰਦੀ ਹੈ। ਠਾਕੁਰ ਪਿੰਡਾਂ ਵਿੱਚ ਉਹਨੂੰ ਆਖਿਆ ਜਾਂਦਾ ਹੈ ਜਿਹਦੀ ਚੌਧਰ ਹੁੰਦੀ ਹੈ, ਜਿਹਦੀ ਗੱਲ ਸੁਣਦੇ ਨੇ। ਪੰਚਾਇਤ ਵਿੱਚ ਸਿਰਮੌਰ ਬਿਠਾਇਆ ਹੋਇਆ ਬੰਦਾ ਜਾਂ ਜ਼ਮੀਨਾਂ ਦਾ ਮਾਲਕ, ਇਹਦਾ ਮਤਲਬ ਇਹ ਸਰੀਰ ਰੂਪੀ ਜ਼ਮੀਨ ਵਾਹਿਗੁਰੂ ਤੇਰੀ ਹੈ, ਤੂੰ ਠਾਕੁਰ ਹੈ। ਤੇ ਸਾਡਾ ਹਾਲ ਕੀ ਹੈ? ਅਸੀਂ ਰੁਲਦੇ ਫਿਰਦੇ, ਕੋਈ ਗੱਲ ਨਹੀਂ ਪੁੱਛਣ ਵਾਲਾ ਸਾਡੀ। ਆਓ ਜੀ ਰਹਾਉ ਦੀ ਤੁਕਾਂ ਵੱਲ ਪਹਿਲਾਂ ਦਰਸ਼ਨ ਕਰੀਏ। ਮਾਧੋ ਤੂੰ ਠਾਕੁਰ ਸਿਰ ਮੋਰਾ, ਕਿ ਤੂੰ ਸਭ ਤੋਂ ਵੱਡਾ ਠਾਕੁਰ ਹੈ, ਸਾਰਿਆਂ ਸਿਰ ਦੇ ਉੱਤੇ ਸਿਰਾਂ ਦਾ ਸਾਈਂ ਹੈ। ਇਹਾਂ ਉਹਾਂ ਤੁਹਾਰੋ ਧੋਰਾ, ਧੋਰਾ ਦਾ ਮਤਲਬ ਹੈ ਤੁਹਾਡਾ ਹੀ ਆਸਰਾ, ਤੁਹਾਡੀ ਹੀ ਬਖਸ਼ਿਸ਼, ਤੁਹਾਡੇ ਹੀ ਨਦਰੇ ਇਨਾਇਤ। ਇਹਾਂ ਉਹਾਂ ਤੋਂ ਭਾਵ ਕੀ ਹੈ? ਇਸ ਧਰਤੀ ਨੂੰ ਜੇ ਅਸੀਂ ਇਹਾਂ ਕਹਿ ਲਈਏ ਤੇ ਉਸ ਮਾਤ ਲੋਕ ਤੋਂ ਪਰਾਂ ਦੀਆਂ ਬਾਤਾਂ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਵੀ ਕਹਿੰਦੀ ਹੈ, ਜਿਹਨੂੰ ਰਵਿਦਾਸ ਜੀ ਬੇਗਮਪੁਰਾ ਸ਼ਹਿਰ ਕੋ ਨਾਉ ਵੀ ਕਹਿੰਦੇ ਨੇ, ਜਿਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ 10ਵਾਂ ਗੁਪਤ ਰਖਾਇਆ ਵੀ ਕਹਿੰਦੇ ਨੇ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਅਨੇਕਾਂ ਵਾਰੀ ਦਰਗਾਹ ਕਰਕੇ, ਦਰਗਾਹੀ ਸ਼ੋਭਾ ਕਰਕੇ ਦਰਸਾਇਆ ਗਿਆ। ਤੁਹਾਡਾ ਹਾਲ ਇਸ ਧਰਤੀ ਦੇ ਉੱਤੇ ਕੋਈ ਬਿਆਨ ਨਹੀਂ ਕਰ ਸਕਿਆ ਵਾਹਿਗੁਰੂ ਜੀ ਕਿ ਤੁਸੀਂ ਕਿਵੇਂ ਹੋ। ਸਭ ਤੋਂ ਪਹਿਲੀ ਦਾਤ ਤੁਸੀਂ ਕੀ ਕੀਤੀ? ਮਾਤ ਗਰਭ ਮੈਂ ਆਪਨ ਸਿਮਰਨ ਦੇ। ਅਸੀਂ ਕਹਿੰਦੇ ਹਾਂ ਸਿਮਰਨ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਸਾਡੇ ਤੋਂ ਸਭ ਕੁਝ ਹੋ ਜਾਂਦਾ, ਪਰ ਸਾਡੇ ਤੋਂ ਸਿਮਰਨ ਨਹੀਂ ਹੁੰਦਾ। ਪਰ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਸਿਮਰਨ ਤੇ ਸਾਨੂੰ ਜਿਉਂਦੇ ਜੀ ਮਿਲਿਆ। ਇਹ ਤੇ ਸਾਡੀਆਂ ਰਗਾਂ ਵਿੱਚ ਹੈ। ਜਿਹਨੂੰ ਅੱਜ ਦੀ ਭਾਸ਼ਾ 'ਚ ਕਹੀਏ ਕਿ ਇਹ ਤੇ ਸਾਡੇ DNA ਵਿੱਚ ਹੀ ਹੈ। ਇਹਦੀ ਗੱਲ ਨਹੀਂ ਸਾਨੂੰ ਸਮਝ ਆਈ, ਸਾਡੇ ਤੋਂ ਤੇ ਸਿਮਰਨ ਹੁੰਦਾ ਹੀ ਨਹੀਂ। ਗੁਰੂ ਅਰਜੁਨ ਸਾਹਿਬ ਕਹਿੰਦੇ ਗੱਲ ਤੇ ਇਹ ਹੈ, ਸਿਮਰਨ ਬੰਦਿਆ ਤੇਰੀ ਸੁਰਤ ਵਿੱਚ ਸਦਾ ਹੀ ਹੈ, ਪਰ ਤੇਰੀ ਸੁਰਤ ਵਿੱਚ ਉਹਦਾ ਸਿਮਰਨ ਹੈ ਜਿਸ ਸਿਮਰਨ ਨੇ ਤੈਨੂੰ ਪਾਰ ਨਹੀਂ ਉਤਾਰਨਾ, ਜਿਹਨੇ ਡੋਬ ਦੇਣਾ। ਸਿਮਰਨ ਤੇਰੀ ਸੁਰਤ ਵਿੱਚ ਸਦਾ ਹੀ ਹੈ, ਪਰ ਉਹ ਸਿਮਰਨ ਕਿਹਦਾ ਹੈ? ਉਹ ਸਿਮਰਨ ਹੈ ਮਾਇਕੀ ਪਦਾਰਥਾਂ ਦਾ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜਾ ਮੰਦਰ, ਰਸ ਮਿੱਠਾ ਰਸ ਮਾਸ। ਇਹ ਹੈ ਸਿਮਰਨ। ਇਹਦਾ ਮਤਲਬ ਹਰ ਇੱਕ ਦੇ ਵਿੱਚ ਹੈ। ਮਹਾਰਾਜ ਕਹਿੰਦੇ ਸਿਮਰਨ ਤੇ ਜਨਮ ਤੋਂ ਪਹਿਲਾਂ ਦਾ ਵੀ ਸਾਡੇ ਅੰਦਰ ਹੈ। ਇਸ ਧਰਤੀ ਤੇ ਆਉਣ ਤੋਂ ਪਹਿਲਾਂ ਦਾ ਵੀ ਸਿਮਰਨ ਸਾਨੂੰ ਦਿੱਤਾ ਹੋਇਆ। ਇਹ ਐਸੀ ਜੁਗਤ ਜਿਹੜੀ ਬੰਦਾ ਆਪ ਨਹੀਂ ਕਮਾ ਸਕਦਾ, ਜਿਹੜਾ ਰੱਬ ਤੋਂ ਮਿਲਿਆ। ਮਾਤ ਗਰਭ ਮੈਂ ਆਪਨ ਸਿਮਰਨ ਦੇ। ਇਹ ਸਿਮਰਨ ਮਾਤਾ ਦੇ ਗਰਭ ਦੇ ਵਿੱਚ ਹਰ ਇੱਕ ਪ੍ਰਾਣੀ ਨੇ ਕੀਤਾ। ਤੇ ਕਿਹਦਾ ਕੀਤਾ? ਵਾਹਿਗੁਰੂ ਦਾ ਕੀਤਾ। ਉਹਨੂੰ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਤੇ ਉਹਨੂੰ ਇਸ ਧਰਤੀ ਤੇ ਆ ਕੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜ਼ੂਰ, ਕਾਹੇ ਰੇ ਬਕਵਾਦ ਲਗਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਆਓ ਇਸ ਸਿਮਰਨ ਬਾਰੇ ਦੇਖੀਏ, ਸਿਮਰਨ ਬਾਰੇ ਕੀ ਕੁਛ ਦੱਸਿਆ। ਭਗਤ ਜੀ ਕਹਿੰਦੇ ਰੇ ਚਿਤ ਚੇਤਸ ਕੀਨਾ ਦਇਆਲ ਦਮੋਦਰ। ਇਹ ਬੰਦਿਆ ਤੇਰੇ ਅੰਦਰ ਸਿਮਰਨ ਮਾਤਾ ਦੇ ਗਰਭ 'ਚ ਸੀ, ਤੇ ਉਸੀ ਸਿਮਰਨ ਨੇ ਤੈਨੂੰ ਮਾਂ ਦੀ ਗਰਭ ਦੀ ਅੱਗ ਵਿੱਚੋਂ ਬਚਾਇਆ। ਹੋਰ ਕੋਈ ਨਹੀਂ ਬਚਾ ਸਕਦਾ। ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਬਚਨ ਪੜ੍ਹੀਏ ਕਿ ਸਤਿਗੁਰੂ ਜੀ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਕਿ ਮਾਤਾ ਦੇ ਉਦਰ ਦੀ ਅਗਨ ਵਿੱਚੋਂ ਜੇ ਬਚਾਉਣ ਵਾਲਾ ਤੇ ਉਹ ਕਰਤਾਰ, ਦੇ ਬਾਹਰ ਦੀ ਅਗਨ ਵਿੱਚੋਂ ਬਚਾਉਣ ਵਾਲਾ ਤੇ ਉਹ ਵੀ ਕਰਤਾਰ। ਤੇ ਸਾਨੂੰ ਲੱਗਦਾ ਨਹੀਂ ਅਸੀਂ ਆਪਣੀ ਯਤਨ, ਆਪਣੇ ਸਿਆਣਪ, ਆਪਣੀ ਚਤਰਾਈ ਚਲਾਕੀ ਦੇ ਨਾਲ ਬਚ ਜਾਵਾਂਗੇ।
नहीं हो सकता। जैसी अगन उधर मैं तैसी बाहर माया, माया अगन सब इक्को जेही, कोई फर्क नहीं है। रहाओ दी तुक नूं सुरत विच बन लो, इहां उहां तुहारो धोरा। माता दे गर्भ दे विच भी कह लीए ते बाहर भी कह लीए, संसार दे विच ते संसार मातलोक दा सच भी कह लीए ते उस परलोक दी भी गल कर लीए, जिन्हों बाणी दे विच बेगमपुरा शहर को नाम आख्या, जिहड़ा होर किथे सतवें असमान च नहीं है। असमान म्याने लहंग दरिया, गुसल करदंग बूद, कहंदे वो किथे बाहर नहीं है। कर फकर दायम लाए चश्मे जह तहां मौजूद, जे तू रब दी दरगाही सुख ते आनंद दी प्राप्ति चाहुंदा है ते एक गल कर बंदे खोज दिल हर रोज। जेड़ा सिमरन तू माता दे गर्भ विच वाहिगुरू दा कीता है, उस सिमरन दी सुरत नूं वापस लैके आ। हुण असीं कहिए कि साडे तो सिमरन नहीं होंदा, ते गुरु अर्जुन साहब कहंदे सिमरन ते तुहाडे अंदर ही पिया होया है। सिमरन ते हर कोई कर रहा है, किसी दे अंदर कोई सिमरन है, किसी दे अंदर कोई सिमरन है। कोई ए विस संसार तुम देख दे, ए हर का रूप है। हर रूप किसी ब्रह्म के बेटे नूं, ब्रह्म ज्ञानी नूं ये सारा कुछ रब ही दिसदा है, उहदा सिमरन ये है। ते कोई धन गुरु अमरदास जी कहंदे कि तू इस धरती दे विच ए मन प्यारिया तू सदा सच संभाले, ए कुटुंब तू जे देखदा चलै नाही, किसी नूं इहदा सिमरन है। सिमरन सब दे अंदर है। धन गुरु अर्जुन साहब कहंदे कोई ऐसा जी नहीं इस धरती ते जिहदे अंदर सिमरन नहीं चल रहा। किसी दे अंदर बैर विरोध काम क्रोध मोह झूठ विकार महा लोभ ध्रोह ए आहू जुगत बिहाने, कई जन्मां तो यही सिमरन चली जा रहे, यही चली जा रहा है। ਇਹਦਾ मतलब सिमरन है, सिमरन है भगत जी कहते है, पर वो सिमरन उस पदार्थां उस वासनावां दा उस नाशवंत चीज़ां दा जिहदे विचों तैनूं सुख मिलना ही नहीं, जिन्हें तैनूं इस सृष्टि की तृष्णा की दुखां की अग तो बचाउणा नहीं। इस करके गुरबाणी कहती है अपने सिमरन की जुगत नूं मोड़, जिन्हों क्या लिव छुड़की सिमरन सी, पर यह सिमरन मुड़ गया, इस सिमरन की सुरत मुड़ गई। जेड़ी लिव प्रभु दे सिमरन च सी, ओही लिव तेरी दुनिया की तृष्णा दे विच लग गई। जैसी अगन उधर मैं तैसी बाहर माया, माया अगन सब इक्को जेही, करता खेल रचाया जा तिस भाणा, तां जमिया परिवार भला पाया। सिमरन सी मात गर्भ में आपन सिमरन दे, तह तुम राखन हारे। सिमरन सी, पर यह सिमरन लिव छुड़की लगी तृष्णा। ये वाहिगुरु जी दे याद भरोसे दी लिव छड़ के तेरे अंदर दुनिया दी तृष्णा दी अगन दी माया दा चेता फुरना शुरू हो गया। पहले प्यार लगा थण दुध सिमरन है, भुख लगती है बच्चे नूं ते उस सिमरन बच्चे विच किलकारियां मारदा, मेरी भुख दूर होएगी। पहले प्यार लगा थण दुध, दूजा माए बाप की सुध, मां कहंदा फिर बाप, ये सिमरन ही ते है। तीजा भैया भाभी बेब, ये सिमरन ही है। चौथे प्यार उपन्नी खेड, फिर सारा कुछ मेरा मेरा। पंजवें खाण पीण की धात, फिर भुख दा, ये हर तरह के पदार्थों का सिमरन है। खाण पीना सिर्फ ढिड दा नहीं, ये रसना तू अनरस राच रही तेरी, दुनिया के जिन्ने भोग ने उन्होंने सतगुरु जी ने जुबान ते ढिड दे नाल ही कहा कि ये भुख नहीं खत्म होती। देंदा दे लैंदे थक पाहे, जुगां जुगंतर खाही खाए। सिमरन है, पर यह सिमरन बस खो के खाण दा ही है। ये भी मेरा, ये भी मेरा, ये भी मैनू मिल जाए। गुरु अर्जुन साहब कहते सब दे अंदर सिमरन है, पर किस ही कोई कोए। धन गुरु अंगद साहब जी, किसी नू किसी दा सिमरन है ते किसी नू किसी दा सिमरन है, सब दे अंदर है। और गुरु अंगद साहब जी ने इसका जिक्र किया अपने श्लोकां च
किसी नूं किसी दा सिमरन ते किसी नूं किसी दा सिमरन। किस ही कोई कोई मंझ निमाणी एक तू। जे मैनू निमाणी नूं कोई बचा सकदा ते एक तेरा सिमरन ही बचा सकदा, होर कोई नहीं बचा सकदा। ते उस सिमरन की प्राप्ति, उस चेते की, उस सुरत नूं मोड़न, ताइयों ते सियाणे कहंदे ना, रब दा की पाउणा उधरों पुटना ते इधर लाउणा। सिमरन ते है। धन गुरु नानक साहब महाराज जी, सज्जन ठग सिमरन ते है, पर माड़ियां बिरतियां दी सोच दे विच कि अगला बंदा कद सोए ते मैं अपनियां छुरियां दे नाल गल वढ़ के ते उन्नू लुट ला। पर तेरे अंदर इस सिमरन नू पलटन वास्ते असीं आए हां कि तेरा मन ये करे कि मेरा मन हुण अज तो बाद कद जागे। ते फिर कबीर साहब दा बचन, कबीर लूटना है तो लूट लै। ये लुट, राम नाम है लूट। इस लुट नू लुटन वास्ते तेरे अंदर भुख पैदा होए। किथे अज दुनिया नू लुटन दी भुख, सिमरन ये है कि सी कोई कोई इस पासे। सतगुर जी की बाणी दे विच बेअंत है, रे चित चेतस कीना दयाल दमोदर, क्यों नहीं इस पासे हुण अपनी सुरत लियाउंदा। बिबह ना जानस कोए, जिन्ना मर्जी तू सिमरन संसार दा लई रख, ये कोई तेरे नाल निभण वाला नहीं है। जे धावैं ब्रह्मंड खंड को, करता करे सो होए। होना हो है कि जो उन्हें पाउणा है, पर तेरी सुरत उन्हां चीज़ां दे विच है जिन्हां दा तैनूं पता ही नहीं होण की वाला है। फिर तैनूं दुख होंदा है कि ये की हो गया। तेरे हाथ विच दित्ती हुई दात दा सिमरन है कि रब ने मैनूं ये देता, मैं ये घुट के फड़ ली। पर तेरे सुरत दे अंदर उस दिते हुए हथ दा सिमरन नहीं है। जिन्हें दिता है ते कल ने उन्होंने लैना भी है वापस। जे उहदा सिमरन होए फिर तैनूं चेता होए कि वह देण वाला है ते लैण वाला भी वो है। मता करै पच्छम कै ताई, पूरब ही ले जात। खिनमें थाप उह तापन हारा, आपन हाथ मतांत। थापण वाला ये शरीर है, शरीर का सिमरन है ये मेरा। पर जिन्हें थापिया ना जाए, कीता ना होए, आपे आप निरंजन सोए। जिन्हों कोई नहीं थाप सकता, जिन्हें सब कुछ थापिया, उहदा सिमरन नहीं है। जो उहदा सिमरन होए फिर बंदा तो यही आखे ना कि सच्चे पातशाह जो कुछ तुसी करना उही करना। भाणै उजड़, भाणै राह, भाणै हर गुण गुरमुख गावाह, भाणै भरम भवै बहु जोनी। ये सब तुहाडा ही है। सानू ये शरीर का पता समेत मेरे कि ये मेरा है, ਇਹਦਾ सिमरन है, ये भी मेरा, ये भी मेरा। पर जिन्हें दिता ਉਹਦਾ सिमरन नहीं, ਉਹਦਾ चेता नहीं। तो फिर दुख भी ਇਹਦੇ ਨਾਲ है, रोग भी ਇਹਦੇ ਨਾਲ है, संताप भी ਇਹਦੇ ਨਾਲ है। फिर ਇਹਨੂੰ ਛੱਡਣ ਦਾ किसी ਨੂੰ मन करदा? गुरु अमरदास जी कहते मरना ते जगत डरै, जीविया लोड़ै सब कोई। क्योंकि सिमरन ਇਹਦੇ ਨਾਲ है। रे चित चेतस कीना दयाल दमोदर, बिबह ना जानस कोए। जे धावैं ब्रह्मंड खंड को, जेड़ी मर्जी सुरत नूं जिथे मर्जी ब्रह्मंडा खंडां दा तू सिमरन कर लै, जिधर मर्जी तू ब्रह्मंड खंड दियां चीज़ां दा सिमरन कर लै। पर याद रखी सब कुछ करने वाला वो है, करता करे सो होए। जननी केरे उदर उदक में पिंड किया 10 द्वारा। जे तैनू किसी ने बनाया ना, उस वाहिगुरु ने बनाया। ना तैनू पिता बनाउण वाला है ते ना तैनू मां बनाउण वाली है। गुरु ग्रंथ साहब जी की बाणी कहती है, पिता दा वीरज ते मां दा लहू मिद, ये सिर्फ जरिया बनया। जे उहदा हुक्म ना होंदा ना तो फिर तेरा जन्म भी ना होना सी भलिया। याद रखी, क्योंकि इस धरती ते बड़े बड़े अहंकारिया नानक गर्भ गले। ये भी महाराज बाणी दे विच ये हुक्म, ये भाणा, ये है डाढा। साडी सारियां दी सिमरन वाली बिरती साडे अपने आले दुआले दे पदार्थां दे विच है। पर महाराज जी ने कहता कि
ਇਹ ਜਿਹੜਾ ਸਿਮਰਨ ਹੈ, ਇਹ ਸਿਮਰਨ ਸਾਨੂੰ ਦੁੱਖ ਦੇਗਾ। ਕਿਉਂਕਿ ਜਿਸ ਥਾਂ ਜਿਸ ਚੀਜ਼ ਦਾ ਅੱਜ ਅਸੀਂ ਸਿਮਰਨ ਕਰ ਰਹੇ ਹਾਂ ਨਾ, ਉਹ ਚੀਜ਼ ਕੱਲ ਨਹੀਂ ਰਹੇਗੀ। ਫਿਰ ਤੇਰੀ ਸੁਰਤ ਖਾਲੀ ਹੋ ਜਾਏਗੀ ਕਿ ਜੋ ਮੈਂ ਸੋਚ ਰਿਹਾ ਸੀ, ਜਿਹਦੀ ਸਾਰੀ ਉਮਰ ਮੇਰੇ ਸੁਰਤ ਦੇ ਵਿੱਚ ਚਿੰਤਨ ਸੀ, ਅੱਜ ਉਹ ਚੀਜ਼ ਕਿੱਥੇ ਗਈ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ, ਉਸ ਚੀਜ਼ ਦਾ ਸਿਮਰਨ ਕਰ ਜਿਹੜੀ ਚੀਜ਼ ਕਦੀ ਖਤਮ ਨਹੀਂ ਹੋਣ ਵਾਲੀ, ਜਿਹੜੀ ਚੀਜ਼ ਕਦੀ ਮਿਟੇਗੀ ਨਹੀਂ। ਜਿਹਨੂੰ ਹੁਣੇ ਪੜਿਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ ਸੇਵਿਆ ਤਿਨ, ਉਹਨਾਂ ਨੇ ਹੀ ਆਨੰਦ ਤੇ ਮਾਣ ਪਾਇਆ, ਜਿਨ੍ਹਾਂ ਨੇ ਉਹਦਾ ਸਿਮਰਨ ਕੀਤਾ, ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ। ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਇੱਕ ਕਰਤਾਰ ਜਿਹੜਾ ਕਦੀ ਖਤਮ ਨਹੀਂ ਹੋਣ ਵਾਲਾ, ਜਿਸ ਮਾਂ ਨੇ ਗਰਭ ਦਿੱਤਾ, ਗਰਭ ਦੇ ਵਿੱਚੋਂ ਜਨਮ ਦਿੱਤਾ, ਸੱਚੀ ਮੁੱਚੀ ਉਹ ਮਾਂ ਵੀ ਕੱਲ ਨਹੀਂ ਰਹੇਗੀ। ਫਰੀਦਾ, ਕਿੱਥੇ ਤੇਰੇ ਮਾਪੇ ਜਿਨ੍ਹਾਂ ਤੂੰ ਜਣੇ? ਇਹ ਵੀ ਜ਼ਿਕਰ ਬਾਣੀ ਵਿੱਚ ਆਇਆ, ਦੱਸ ਕਿੱਥੇ ਗਏ? ਪਰ ਇੱਕ ਗੱਲ ਯਾਦ ਰੱਖੀ, ਜਿਨਨੇ ਮਾਤਾ ਦੇ ਗਰਭ ਦੇ ਵਿੱਚ ਵੀ ਕਿਰਪਾ ਕਰਕੇ ਤੈਨੂੰ ਰੱਖਿਆ, ਉਹਨੇ ਹੀ ਇਸ ਸੰਸਾਰ ਦੇ ਵਿੱਚ ਤੈਨੂੰ ਰੱਖਣਾ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜੇ ਤੂੰ ਕਹੇ ਮੈਨੂੰ ਕੋਈ ਵੈਦ ਰੱਖ ਲੇਗਾ, ਜੇ ਵਾਹਿਗੁਰੂ ਦੀ ਕਿਰਪਾ ਨਾ ਹੋਈ ਤੇ ਫਿਰ ਵੈਦ ਵੀ ਨਹੀਂ ਰੱਖ ਸਕਦਾ। ਤੇ ਕੋਈ ਮੈਨੂੰ ਦਾਈ ਬਚਾ ਲੇਗੀ, ਜਨਮ ਮਾਂ ਦੇ ਢਿੱਡੋਂ ਦਵਾ ਲੇਗੀ। ਜੇ ਉਸ ਕਰਤਾਰ ਦੀ ਕਿਰਪਾ, ਵਾਈ ਦਾ ਮਤਲਬ ਦਾਈ ਕੋਈ ਵੀ ਨਹੀਂ ਰੱਖ ਸਕਦਾ। ਤੇ ਰੱਖਣ ਵਾਲਾ ਕੌਣ ਹੈ? ਪਵਨ ਗੁਰੂ, ਪਾਣੀ ਪਿਤਾ ਮਾਤਾ, ਧਰਤ ਮਾਤ, ਦਿਵਸ ਰਾਤ ਦੋਏ। ਉਹਦੀ ਬਣਾਈ ਹੋਈ ਦਾਈ ਜਿਹੜੀ ਮਾਇਆ ਰੂਪ ਹੈ, ਉਹ ਉਹਦੇ ਹੁਕਮ ਦੇ ਵਿੱਚ ਸਭ ਕੁਝ ਰੱਖਿਆ ਜਾ ਰਿਹਾ। ਦਿਨ ਤੇ ਰਾਤ ਰੂਪ ਸਾਨੂੰ ਰੱਖਣ ਵਾਲਾ ਉਹ ਹੈ। ਇਸ ਕਰਕੇ ਉਹਨੂੰ ਮਾਧੋ ਕਿਹਾ ਗਿਆ ਕਿ ਉਹਦੇ ਹੁਕਮ ਦੇ ਵਿੱਚ ਹੀ ਮਾਇਆ ਰੂਪੀ ਦਾਈ ਕੰਮ ਕਰ ਰਹੀ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ। ਇਹ ਹੈ ਹੁਣ ਸਿਮਰਨ ਉੱਤੇ, ਇਹ ਹੈ ਇਹਨੂੰ ਸਿਮਰਨ ਕਿਹਾ ਕਿ ਕਿਹਦੀ ਸੁਰਤੀ ਕਿਸੇ ਵਿੱਚ ਹੈ ਤੇ ਕਿਹਦੀ ਸੁਰਤੀ ਕਿਹਦੇ ਵਿੱਚ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਿਮਰਨ ਸਭ ਦੇ ਅੰਦਰ ਹੈ, ਪਰ ਸਵਾਲ ਇਹ ਪੈਂਦਾ ਕਿ ਮੇਰੇ ਅੰਦਰ ਸਿਮਰਨ ਉਸ ਤੋਂ ਦੂਰ ਕਰਨ ਵਾਲਾ ਹੈ ਜਾਂ ਮੇਰੇ ਅੰਦਰ ਸਿਮਰਨ ਉਸ ਤੋਂ ਨੇੜੇ ਕਰਨ ਵਾਲਾ ਹੈ। ਆਹ ਹੈ ਅੱਜ ਦੇ ਸ਼ਬਦ ਦਾ ਪਹਿਲਾ ਸਵਾਲ, ਅੱਜ ਦੇ ਹੁਕਮਨਾਮੇ ਦਾ ਸਵਾਲ। ਕਿ ਗੁਰੂ ਅਰਜਨ ਸਾਹਿਬ ਖਲੋ ਕੇ ਕਹਿੰਦੇ, ਖੜ ਬੰਦਿਆ, ਇੱਕ ਮਿੰਟ ਖੜ ਤੂੰ, ਸਬਰ ਕਰਕੇ ਆਪਣੀ ਸੁਰਤ ਅੰਦਰ ਸੋਚ ਕਿ ਤੇਰੇ ਅੰਦਰ ਸਿਮਰਨ ਕਿਹਦਾ ਚੱਲ ਰਿਹਾ, ਕਿਸ ਚੀਜ਼ ਦਾ ਸਿਮਰਨ ਚੱਲ ਰਿਹਾ। ਤੇ ਤ੍ਰਿਲੋਚਨ ਨੇ ਨਾਮਦੇਵ ਜੀ ਨੂੰ ਝਿੜਕ ਲਾਈ ਸੀ ਕਿ ਮੈਂ ਤੇ ਇੰਨੀ ਦੂਰੋਂ ਤੁਹਾਡਾ ਨਾਮ ਸੁਣ ਕੇ ਆਇਆ, ਸੁਣਿਆ ਬੜਾ ਸਿਮਰਨ ਬੰਦਗੀ ਕਰਦੇ ਹੋ, ਪਰ ਹੁਣ ਸਿਮਰਨ ਬੰਦਗੀ ਮੈਨੂੰ ਦਿਸਦੀ ਨਹੀਂ ਹੈ, ਕਿੱਥੇ ਹੈ? ਤੇ ਨਾਮਦੇਵ ਤ੍ਰਿਲੋਚਨ ਜੀ ਨੂੰ ਕਹਿੰਦੇ ਆ, ਤ੍ਰਿਲੋਚਨ ਜੀ, ਬਹੁਤ ਸਾਲਾਂ ਤੋਂ, ਹਜ਼ਾਰਾਂ ਸਾਲਾਂ ਤੋਂ ਇੱਥੇ ਦੁਨੀਆ ਨੂੰ ਪਾਗਲ ਹੀ ਬਣਾਇਆ ਗਿਆ ਕਿ ਸਿਮਰਨ ਖਰੇ ਕਿੱਥੇ ਬਾਹਰ ਦਾ ਦਿਖਾਵਾ ਹੈ, ਕਿ ਸਿਮਰਨ ਕੋਈ ਬਾਹਰ ਦਾ ਹੀ ਭੇਖ ਹੈ, ਕਿਸੇ ਤਿਆਗ ਨੂੰ ਹੀ ਸਿਮਰਨ ਕਿਹਾ ਜਾਂਦਾ ਹੈ। ਕਹਿੰਦੇ ਆ ਮੈਂ ਤੈਨੂੰ ਦੱਸਾਂ, ਨਾ ਇਹ ਬਾਹਰ ਦਾ ਭੇਖ ਹੈ, ਨਾ ਇਹ ਬਾਹਰ ਦਾ ਦਿਖਾਵਾ ਹੈ, ਨਾ ਇਹ ਪਰਪੰਚ ਹੈ, ਨਾ ਇਹ ਕੋਈ ਕੋਜੀ ਜੀ ਚਾਲ ਹੈ ਕਿ ਦੂਜਿਆਂ ਨੂੰ ਲੁੱਟ ਲਈਏ ਤੇ ਆਪਣੇ ਘਰ ਭਰ ਲਈਏ ਕਿਉਂਕਿ ਮੈਂ ਰੱਬ ਦਾ ਭਗਤ। ਅਸਲ ਦੇ ਵਿੱਚ ਸਿਮਰਨ ਪਤਾ ਕੀ ਹੈ? ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹਦਾ ਜ਼ਿਕਰ ਗੁਰੂ ਅਰਜਨ ਸਾਹਿਬ ਕਰਦੇ, ਕਹਿੰਦੇ ਕੋਈ ਭੇਖ ਨਹੀਂ ਹੈ ਸਿਮਰਨ। ਹਾਂ, ਹਰ ਇੱਕ ਮਾਂ ਦੇ ਅੰਦਰ ਆਪਣੀ ਔਲਾਦ ਦੀ ਸਿਮਰਤੀ ਹੈ, ਪਰ ਉਹ ਕੋਈ ਰੋਲਾ ਪਾ ਕੇ ਥੋੜ੍ਹੀ ਕਹਿੰਦੀ ਹੈ, ਕੋਈ ਉਹ ਆਪਣੇ ਬੱਚਿਆਂ ਦਾ ਨਾਮ ਲੈ ਲੈ ਕੇ ਦਿਨ ਰਾਤ ਥੋੜ੍ਹੀ ਜਪਦੀ ਰਹਿੰਦੀ ਹੈ। ਫਿਰ ਅਸੀਂ ਰੱਬ ਦਾ ਨਾਮ ਕਿਉਂ ਜਪੀਏ? ਗੁਰੂ ਅਰਜਨ ਸਾਹਿਬ ਕਹਿੰਦੇ ਮਾਂ ਦੀ ਸੁਰਤ ਵਿੱਚ ਔਲਾਦ ਦਾ ਸਿਮਰਨ ਜਨਮ ਤੋਂ ਵੀ ਪਹਿਲਾਂ ਦਾ ਹੈ, ਜਨਮ ਤੋਂ ਵੀ ਪਹਿਲਾਂ ਦਾ। ਭਗਤ ਜੀ ਦਾ ਇਹ ਬਚਨ ਪੜ੍ਹੋ। ਅੱਜ ਮਹਾਰਾਜ ਇਹ ਕਿਉਂ ਕਹਿੰਦੇ? ਮਾਤ ਸਭ ਤੋਂ ਪਹਿਲਾਂ ਮਾਂ ਆਈ।
ਮਾਂ ਦੇ ਗਰਭ ਦੇ ਵਿੱਚ ਫਿਰ ਔਲਾਦ ਆਈ ਤੇ ਕੱਲਾ ਉਸ ਔਲਾਦ ਜਾਂ ਅਸਾਂ ਨੇ ਮਾਤਾ ਦੇ ਗਰਭ ਦੇ ਵਿੱਚ ਰੱਬ ਦਾ ਸਿਮਰਨ ਨਹੀਂ ਕੀਤਾ, ਮਾਂ ਨੇ ਵੀ ਆਪਣੇ ਔਲਾਦ ਦਾ ਸਿਮਰਨ ਦਿਨ ਰਾਤ ਕੀਤਾ। ਇਹਨੂੰ ਬਾਣੀ ਕਹਿੰਦੀ ਹੈ ਗੰਡੇਂਦਿਆਂ 6 ਮਾਹ ਤੁੜਿੰਦਿਆਂ ਇੱਕ ਖਿਨੋ। 6 ਮਹੀਨੇ ਵਿੱਚ ਇਹ ਸਰੀਰ ਰੂਪੀ ਮਾਸ ਦੇ ਲੋਥੜੇ ਦੀ ਬਣਤਰ ਬਣੀ ਹੈ। ਤੇ ਇੱਕ ਦਿਨ ਵੀ ਕੋਈ ਐਸਾ ਨਹੀਂ ਆਇਆ ਇਸ ਧਰਤੀ ਦਾ ਜਦ ਮਾਂ ਨੇ ਆਪਣੇ ਗਰਭ ਅੰਦਰ ਪਲਦੀ ਔਲਾਦ, ਇਹਨੂੰ ਵਾਸ਼ਨਾ ਵੱਲ ਨਾ ਲਿਓ, ਕਦੀ ਚੇਤਾ ਨਾ ਭੁੱਲ ਗਈ ਹੋਏ, ਕਦੀ ਨਹੀਂ ਭੁੱਲ ਸਕਦੀ। ਕਹਿੰਦੇ ਜਿਵੇਂ ਮਾਂ ਦੇ ਅੰਦਰ ਆਪਣੀ ਔਲਾਦ ਦਾ ਸਿਮਰਨ ਹੈ, ਅਸਲ ਸਿਮਰਨ ਇਸ ਧਰਤੀ ਤੇ ਉਸ ਦਿਨ ਹੋਏਗਾ ਜਿਸ ਦਿਨ ਹਰ ਇੱਕ ਜੀ ਦੇ ਅੰਦਰ ਬਿਲਕੁਲ ਸਹਿਜਮਈ ਉਸ ਰੱਬ ਦਾ ਸਿਮਰਨ ਚੱਲ ਪਏ। ਜਿਹੜਾ ਭੁੱਲੇ ਨਾ, ਇਹ ਬਚਨ ਹੈ ਕਿ ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੌੜੀਅਲੇ। ਆ ਨਾਮਦੇਵ ਕਹਿੰਦੇ ਕਿ ਤਰਲੋਚਨ ਮੈਂ ਤੈਨੂੰ ਦੱਸਾਂ ਸਿਮਰਨ ਕੀ ਹੈ। ਸਿਮਰਨ ਇਹ ਨਹੀਂ ਕਿ ਮੈਂ ਇੱਕ ਤਾਰਾ ਲੈ ਕੇ ਉੱਚੀ ਉੱਚੀ ਬਚਾਵਾਂ ਤੇ ਤਾਂ ਮੈਂ ਦੱਸਾਂ ਮੈਂ ਰੱਬ ਨੂੰ ਚੇਤੇ ਕਰ ਰਿਹਾ, ਮੈਂ ਬੀਠੁਲ ਬੀਠੁਲ ਆਖਾਂ, ਮੈਂ ਹਰ ਹਰ ਆਖਾਂ। ਮੈਂ ਸਿਮਰਨ ਸਿੱਖ ਲਿਆ ਹੈ। ਸਿਮਰਨ ਇਸ ਧਰਤੀ ਦੀ ਸਭ ਤੋਂ ਵੱਡੀ ਇਕਾਈ ਹੈ, ਸਭ ਦੇ ਅੰਦਰ ਸਿਮਰਨ ਹੈ। ਬਬੀਹਾ ਅੰਮ੍ਰਿਤ ਵੇਲੇ ਸਿਮਰਨ ਹੈ। ਚਿੜੀ ਚੌਕੀ ਪੋ ਫੁੱਟੀ ਬੱਗਣ ਬਹੋ ਤਰੰਗ ਸਿਮਰਨ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਜਿੰਨੇ ਬੋਲ ਰਹੇ ਨੇ ਸੋ ਹਰ ਬਿਨ ਜਾਪਤ ਹੈ ਨਹੀਂ ਹੋਰ, ਕੋਈ ਹੋਰ ਨਹੀਂ, ਸਿਰਫ ਉਹਨੂੰ ਹੀ ਧਿਆ ਰਹੇ ਨੇ। ਸਿਮਰਨ ਹੈ। ਕਾਲੀ ਕੋਇਲ ਤੂੰ ਸਿਮਰਨ ਹੈ। ਆਪਣੇ ਪ੍ਰੀਤਮ ਕੇ ਹਾਂ ਸਿਮਰਨ ਹੈ। ਕਿਵੇਂ ਮੈਂ ਸਿਮਰਨ ਸਮਝਾਵਾਂ? ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੌੜੀਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਲਕ ਰਾਖੀਅਲੇ। ਇਹ ਸਿਮਰਨ ਅੱਜ ਗੁਰੂ ਅਰਜੁਨ ਸਾਹਿਬ ਸਿਖਾ ਰਹੇ ਨੇ। ਇਹ ਸਿਮਰਨ ਗੁਰੂ ਅਰਜੁਨ ਸਾਹਿਬ ਕਹਿੰਦੇ ਜਿਵੇਂ ਮਾਂ ਦੇ ਸੁਰਤ ਦੇ ਅੰਦਰ ਬੱਚਾ ਹੈ ਤੇ ਸਾਰਿਆਂ ਦੇ ਭਲਾਈ ਦੇ ਵਾਸਤੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੀ ਸੁਰਤ ਦੇ ਅੰਦਰ ਭਲਾ ਹੈ, ਸਿਮਰਨ ਹੈ। ਕਿ ਅਸੀਂ ਸੋਚੀਏ ਕਿ ਅਸੀਂ ਰੱਬ ਨੂੰ ਚੇਤੇ ਕਰਾਂਗੇ ਤੇ ਰੱਬ ਤਾਂ ਸਾਡੇ ਤੇ ਭਲਾ ਕਰੇਗਾ। ਗੁਰੂ ਅਰਜੁਨ ਸਾਹਿਬ ਕਹਿੰਦੇ ਨਹੀਂ, ਉਹ ਤੇ ਸਾਨੂੰ ਆਪਣੀ ਸੁਰਤੀ ਦੇ ਵਿੱਚ ਸਦਾ ਹੀ ਲਈ ਬੈਠਾ। ਉਹ ਤੇ ਸਭ ਦਾ ਹੀ ਭਲਾ ਕਰਨ ਵਾਸਤੇ ਉਹਨੂੰ ਸਭ ਕੁਝ ਚੇਤਾ ਹੈ, ਸਾਰਿਆਂ ਦਾ ਭਲਾ ਕਰਨ ਵਾਲਾ ਹੈ। ਪਰ ਇੱਕ ਬੰਦਿਆ ਤੂੰ ਜਦ ਉਹਦੇ ਨਾਲ ਉਹਨੂੰ ਚੇਤੇ ਕਰੇਗਾ, ਫਿਰ ਉਹਦੇ ਸਿਮਰਨ ਵਾਲੀ ਤਾਰ ਤੇਰੀ ਸਿਮਰਨ ਵਾਲੀ ਤਾਰ ਦੇ ਨਾਲ ਜਦ ਜੁੜ ਗਈ ਨਾ, ਫਿਰ ਦੇਖੀ ਇਹ ਤੰਦ ਅੰਦਰੋਂ ਆਪੇ ਹੀ ਵੱਜਣੀ ਸ਼ੁਰੂ ਹੋ ਜਾਏਗੀ। ਇਹ ਸਿਮਰਨ ਆਪੇ ਹੀ ਸ਼ੁਰੂ ਹੋ ਜਾਏਗਾ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਹੈ ਜਾਪ ਸੁ ਅਜਪਾ ਜਾਪੈ। ਅਜਪਾ ਜਾਪ ਕਿਹਾ ਇਹਨੂੰ। ਇੱਕ ਤੇ ਜਪਣ ਵਾਲੇ ਜਿਹੜੇ ਜਪ ਜਪ ਕੇ ਸੁਣਾਉਂਦੇ ਆ, ਪਰ ਕਹਿੰਦੇ ਮਾਂ ਦਾ ਸਿਮਰਨ ਆਪਣੀ ਔਲਾਦ ਦੇ ਲਈ ਅਜਪਾ ਹੈ, ਬਿਨਾਂ ਜਪੇ ਹੈ। ਜਿਹਨੂੰ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਊਡੇ ਊੜ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਛਰਿਆ। ਕੂੰਜਾਂ ਹਜ਼ਾਰਾਂ ਮੀਲਾਂ ਤੋਂ ਉੱਡ ਕੇ ਆਈਆਂ ਨੇ, ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ, ਪਿੱਛੇ ਉਹਨਾਂ ਨੂੰ ਚੋਗਾ ਕੌਣ ਦੇਗਾ? ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਿਮਰਨ ਹੈ ਆਪਣੇ ਮਨ ਦੇ ਵਿੱਚ ਉਹਨਾਂ ਨੂੰ, ਇਹ ਸਿਮਰਨ ਹੈ। ਇਸ ਕਰਕੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਹੁਣ ਤੂੰ ਸਿਮਰਨ ਸੰਗਤ ਦਾ ਰੱਖ ਆਪਣੇ ਮਨ ਦੇ ਅੰਦਰ, ਗੁਰੂ ਦੇ ਸ਼ਬਦ ਦਾ ਰੱਖ। ਸਿਮਰਨ ਤੇ ਹੈ, ਪਰ ਇਸ ਸਿਮਰਨ ਨੂੰ ਪਲਟ, ਇਸ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਲੈ ਕੇ ਆ। ਇਹ ਸੁਰਤ ਜਿਹੜੀ ਨੀਵੇਂ ਥਾਂ ਤੇ ਜਾ ਰਹੀ ਹੈ, ਇਹਨੂੰ ਪਲਟ ਕੇ ਉੱਚੇ ਥਾਂ ਤੇ ਲੈ ਕੇ ਜਾ, ਕਿਉਂਕਿ ਉਹੀ ਕਰਨ ਵਾਲਾ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ। ਤੇ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਕਿ ਸਾਡੇ ਅੰਦਰ ਸਿਮਰਨ ਨਹੀਂ, ਸਾਡੇ ਤੋਂ ਸਿਮਰਨ ਨਹੀਂ ਹੁੰਦਾ। ਗੁਰੂ ਅਰਜੁਨ ਸਾਹਿਬ ਕਹਿੰਦੇ ਸਿਮਰਨ ਤੇ ਹੈ, ਪਰ ਆਹ ਦੇਖਣਾ ਪਏਗਾ ਸਿਮਰਨ ਕਿਹਦਾ ਚੱਲ ਰਿਹਾ, ਕਿਸ ਚੀਜ਼ ਦਾ ਸਿਮਰਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ
ਕਹਿੰਦੇ ਹਾਂ ਮੈਂ ਨਮਾਜ਼ ਅਦਾ ਕਰਾਂਗਾ। ਹਾਜੀ ਉੱਥੇ ਮੌਜੂਦ ਹੈ, ਕਾਜ਼ੀ ਮੌਜੂਦ ਹੈ, ਸੁਲਤਾਨਪੁਰ ਲੋਧੀ ਦਾ ਨਵਾਬ ਮੌਜੂਦ ਹੈ। ਸਭ ਨੇ ਨਮਾਜ਼ ਅਦਾ ਕੀਤੀ ਤੇ ਔਖੇ ਹੋ ਕੇ ਉੱਠੇ। ਗੁਰੂ ਨਾਨਕ ਸਾਹਿਬ, ਤੁਹਾਡੀ ਨਮਾਜ਼, ਤੁਸੀਂ ਕਿਹਾ ਸੀ ਮੈਂ ਨਮਾਜ਼ ਅਦਾ ਕਰਾਂਗਾ। ਤੇ ਮਹਾਰਾਜ ਕਹਿੰਦੇ ਮੈਂ ਤਾਂ ਨਮਾਜ਼ ਅਦਾ ਕਰਦਾ ਨਾ ਜੇ ਤੁਸਾਂ ਨੇ ਨਮਾਜ਼ ਅਦਾ ਕੀਤੀ ਹੁੰਦੀ। ਤੁਸੀਂ ਨਮਾਜ਼ ਹੀ ਨਹੀਂ ਅਦਾ ਕੀਤੀ, ਤੁਸੀਂ ਕਰ ਰਹੇ ਹੁੰਦੇ ਤੇ ਫਿਰ ਮੈਂ ਵੀ ਕਰਦਾ। ਕਹਿੰਦੇ ਅਸੀਂ ਸਾਰਿਆਂ ਨੇ ਕੀਤੀ ਹੈ। ਹਾਜੀ ਸਾਹਿਬ, ਕਾਜ਼ੀ ਸਾਹਿਬ, ਸੁਲਤਾਨਪੁਰ ਲੋਧੀ ਦਾ ਨਵਾਬ, ਸਾਰੇ ਗਵਾਹ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਖੁਦਾ ਦੇ ਲਈ ਨਮਾਜ਼ ਪੜ੍ਹੀ ਜਾ ਰਹੀ ਸੀ, ਮਨ ਦੇ ਅੰਦਰ ਉਸ ਖੁਦਾ ਦਾ ਤੇ ਚਿੰਤਨ ਹੀ ਨਹੀਂ ਆਇਆ। ਇੱਕ ਦਾ ਚਿੰਤਨ ਕਿਥੇ ਘਰ ਦੇ ਵਿੱਚ ਵੱਛੀ ਖੂਈਚੇ ਨਾ ਡਿੱਗ ਜਾਏ ਘੋੜੇ ਦੀ, ਉੱਥੇ ਸੀ। ਇੱਕ ਦਾ ਸਿਮਰਨ ਅਰਬ ਦੇਸ਼ ਦੇ ਵਿੱਚ ਘੋੜੇ ਖਰੀਦਾ ਫਰੋਖਤ ਕਰਨ ਦੇ ਵਿੱਚ ਸੀ। ਉਹ ਭਲਿਆ ਸਿਮਰਨ ਕਿਹੜੇ ਪਾਸੇ ਸੀ? ਸਿਮਰਨ ਇੱਕ ਗੁਰੂ ਦੇ ਚਰਨਾਂ ਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਸ਼ਹਿਰ ਵਿੱਚ ਗਏ, ਨਾਲ ਸਾਥੀ ਉਹਨਾਂ ਦੇ, ਰਬਾਬੀ ਉਹਨਾਂ ਦੇ। ਸਾਰਾ ਸ਼ਹਿਰ ਵਸਦਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਅਸੀਂ ਪਿੰਡ ਦੇ ਬਾਹਰ ਇੱਕ ਜਿਹੜੀ ਕੱਖਾਂ ਦੀ ਕੁਲੀ ਹੈ ਉਹਦੇ ਵਿੱਚ ਜਾ ਕੇ ਰਹਾਂਗੇ। ਹੁਣ ਦੇਖੋ ਸਿਮਰਨ ਕੀ ਹੈ, ਕਿੱਡਾ ਕੁ ਡੂੰਘਾ ਹੈ, ਜਿਹਦੇ ਵਿੱਚ ਧੰਨ ਗੁਰੂ ਅਰਜੁਨ ਸਾਹਿਬ ਅੱਜ ਬਖਸ਼ਿਸ਼ ਕਰਦੇ ਆ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਪਾਵਕ ਕਹਿੰਦੇ ਅੱਗ, ਇਹ ਮਾਤਾ ਦਾ ਗਰਭ ਅੱਗ ਹੀ ਹੈ, ਤੇ ਬਾਹਰ ਇਹ ਵੀ ਤੇ ਸਾਗਰ ਅੱਗ ਹੀ ਹੈ। ਇਹਦੇ ਵਿੱਚ ਜਿਹੜੀਆਂ ਲਹਿਰਾਂ ਉੱਠ ਕੇ ਆਉਂਦੀਆਂ, ਬੰਦੇ ਅੱਜ ਠੀਕ ਚੰਗੇ ਭਲੇ ਬੈਠੇ ਆ, ਅਗਲੇ ਪਲ ਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਕਿਸੇ ਨੂੰ ਨਹੀਂ ਪਤਾ ਕਿਹੜੀ ਅੱਗ ਦੀ ਲਹਿਰ ਨੇ ਆ ਕੇ ਥਪੇੜਾ ਮਾਰਨਾ। ਇਹ ਸੱਚਾਈ ਹੈ ਭਾਈ। ਉਸ ਵੇਲੇ ਕੌਣ ਰੱਖੇਗਾ? ਮਹਾਰਾਜ ਕਹਿੰਦੇ ਇਹ ਜਿਹੜੀਆਂ ਅਥਾਹ ਲਹਿਰਾਂ ਨੇ, ਇਹਦਾ ਕੋਈ ਅੰਤ ਨਹੀਂ। ਕਿਹੜੀ ਕਿਹੜੀ ਲਹਿਰ? ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਤਾਰ ਲੈ ਬਾਪ ਬੀਠਲਾ, ਅਨਿਲ ਬੇੜਾ ਹੋ ਖੇਵ ਨਾ ਸਾਕੋ। ਮੈਥੋਂ ਨਹੀਂ ਇਹ ਬੇੜਾ ਠਹਿਲ ਸਕਦਾ ਇਸ ਅਗਨ ਰੂਪੀ ਭਵ ਸਾਗਰ 'ਚ। ਤੇਰਾ ਪਾਰ ਨਾ ਪਾਇਆ ਬੀਠਲਾ, ਇਹ ਅੰਤ ਨਹੀਂ ਹੈ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੇ। ਸੰਸਾਰ ਦਿਖਦਾ ਹੈ ਸਾਹਮਣੇ ਕਿ ਦੁੱਖਾਂ ਦੀਆਂ ਲਹਿਰਾਂ, ਇਹ ਮੋਹ ਲੋਭ ਦੀਆਂ, ਇਹ ਅਹੰਕਾਰ, ਇਹ ਪਾਪਾਂ ਦੀਆਂ ਲਹਿਰਾਂ ਡੋਬ ਬੈਠੀਆਂ ਨੇ। ਤਾਂ ਵੀ ਦੇਖ ਕੇ ਅਸੀਂ ਆਪਣੇ ਆਪ ਨੂੰ ਸਮਝੀ ਬੈਠੇ ਹਾਂ ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖੇ ਹੋ ਨਾ ਜਾਏ। ਕਹਿੰਦੇ ਕਮਾਲ ਹੋ ਗਈ ਬੰਦਿਆ, ਤੇਰੇ ਢੀਠ ਪੁਣੇ ਨੂੰ ਕਿਵੇਂ ਬਿਆਨ ਕਰਾਂ। ਸਵਾਨ ਪੂਛ ਜਿਉ ਹੋਤ ਨਾ ਸਿੱਧੋ, ਭਇਓ ਵੀ ਆਇਆ ਤੇ ਹੋਤ ਵੀ ਆਇਆ, ਦੋਨੋਂ ਬਚਨ ਆਇਆ। ਕਹਿੰਦੇ ਇੰਨਾ ਢੀਠ ਕਿ 12 ਸਾਲ ਵੰਜਲੀ ਦੇ ਵਿੱਚ ਵੀ ਕੁੱਤੇ ਦੀ ਪੂੰਛ ਰੱਖ ਲਈ ਜਾਏ ਤੇ ਉਹ ਸਿੱਧੀ ਨਹੀਂ ਹੁੰਦੀ। ਤੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਧਾ ਕਹਿੰਦੇ ਸਿੱਧੀ ਗੱਲ ਹੈ, ਸਵਾਨ ਪੂਛ ਜੋ ਭਇਓ ਨਾ ਸੁਧੋ। ਬਸ ਇਸ ਪਾਸੇ ਤੂੰ ਨਹਿ ਸੁਧ ਰਾਮ ਭਜਨ ਕੀ। ਸੁਰਤ ਦੇ ਵਿੱਚ ਸਭ ਕੁਛ ਤੇ ਹੈ, ਇੱਕ ਪ੍ਰਭੂ ਦੀ ਸਿਮਰਨ ਵਾਲੀ ਬੰਦਗੀ ਨਹੀਂ, ਚੇਤਾ ਨਹੀਂ। ਹੋਰ ਸਾਰਾ ਕੁਝ ਸੁਰਤ ਵਿੱਚ ਹੈ, ਸਭ ਕੁਝ ਚੇਤੇ ਹੈ, ਪਰ ਉਹ ਚੇਤੇ ਨਹੀਂ ਜਿਹੜਾ ਨਾਲ ਨਿਭਣ ਵਾਲਾ ਹੈ, ਉਹ ਨਹੀਂ ਚੇਤੇ। ਇਸ ਕਰਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਰੰਬਾਰ ਸਾਨੂੰ ਲਾਇਆ ਕਿ ਮਨ ਰੇ ਕੌਣ ਕੁਮਤ ਸਿਮਰਨ ਤੇ ਹੈ, ਪਰ ਕਿਹੜਾ ਸਿਮਰਨ ਹੈ ਤੇਰੇ ਅੰਦਰ? ਪਰ ਦਾਰਾ ਨਿੰਦਿਆ ਰਸ ਰਚਿਓ, ਇਹ ਸਿਮਰਨ ਚਾਹੀਦਾ ਸੀ ਜਿਹੜਾ ਨਹੀਂ ਹੈ। ਰਾਮ ਭਗਤ ਨੇ ਹੈ ਕੀ ਨਹੀਂ? ਗੁਰੂ ਤੇ ਬਾਰ-ਬਾਰ ਸਿਖਾ ਰਿਹਾ ਇਹ ਵਾਲਾ ਸਿਮਰਨ ਕਰ। ਇਹ ਸਿਮਰਨ ਨਹੀਂ, ਬਾਕੀ ਸਾਰੇ ਸਿਮਰਨ ਨੇ ਸੁਰਤ ਦੇ ਵਿੱਚ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇਖੋ, ਆ ਹੁਣ ਜੈਜਾਵੰਤੀ ਰਾਗ ਦੇ ਆਖਰੀ ਸ਼ਬਦ ਦੇਖੀਏ, ਜਿਹੜੇ 4 ਹੀ ਸ਼ਬਦ ਨੇ, ਆਖਰੀ ਸ਼ਬਦ ਮਹਾਰਾਜ ਜੀ ਨੇ ਕਿਹਾ, ਕਿੱਥੇ ਭੱਜ ਜਾਏਗਾ ਇਸ ਸਿਮਰਨ ਤੋਂ ਬਿਨਾਂ? ਕਿੱਥੇ ਭੱਜ ਜਾਏਗਾ? ਕਿਧਰ ਜਾਏਗਾ? ਇਸ ਸਿਮਰਨ ਤੋਂ ਬਿਨਾਂ ਤੇਰੀ ਕਿੱਥੇ ਵੀ ਸਾਰ ਨਹੀਂ ਹੈ।